चलो फर्स्ट स्टार्ट करते हैं। ਨੈਸ਼ਨਲ ਐਮਰਜੈਂਸੀ ਕਹਿੰਦੇ ਰਾਸ਼ਟਰੀ ਸੰਕਟ ਕਾਲ। ਨੈਸ਼ਨਲ ਐਮਰਜੈਂਸੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰਨਾ ਹੈ ਕਿ ਰਾਸ਼ਟਰੀ ਸੰਕਟ ਕਾਲ ਲਾਗੂ ਕਰਨ ਦੀ ਸਥਿਤੀ, ਮਤਲਬ ਅਸੀਂ ਨੈਸ਼ਨਲ ਐਮਰਜੈਂਸੀ ਕਿਉਂ ਲਾਗੂ ਕਰਨੀ ਹੈ। ਕਹਿੰਦੇ ਆਰਟੀਕਲ 352 ਦੇ ਵਿੱਚ ਇਹ ਚੀਜ਼ਾਂ ਕਿਹਾ ਗਿਆ ਵਾ ਕਿ ਯੁੱਧ ਜਾਂ ਬਾਹਰੀ ਹਮਲੇ ਜਾਂ ਹਥਿਆਰਬੰਦ ਬਗਾਵਤ ਹੋ ਜਾਣ ਦੇ ਨਾਲ, ਮਤਲਬ ਜਦੋਂ ਸਾਡੇ ਰਾਸ਼ਟਰ ਦੇ ਉੱਤੇ ਕੋਈ ਯੁੱਧ ਕਰ ਦੇਵੇ, ਕੋਈ ਵਾਰ ਕਰ ਦੇਵੇ, ਠੀਕ ਹੈ, ਕੋਈ ਲੜਾਈ ਕਰ ਦੇਵੇ, ਤਾਂ ਉਦੋਂ ਨਾ ਅਸੀਂ ਇੱਕ ਆਰਟੀਕਲ ਲਾਗੂ ਕਰ ਦਿੰਦੇ ਹਾਂ ਜਿਹਨੂੰ ਐਮਰਜੈਂਸੀ ਬੋਲਿਆ ਜਾਂਦਾ ਹੈ ਕਿ ਨੈਸ਼ਨਲ ਲੈਵਲ ਦੇ ਉੱਤੇ ਇਹ ਐਮਰਜੈਂਸੀ ਲਾਗੂ ਕੀਤੀ ਜਾਂਦੀ ਆ। ਮਤਲਬ ਜਦੋਂ ਸਾਡੇ ਦੇਸ਼ ਦੇ ਵਿੱਚ ਕੋਈ ਹਥਿਆਰਾਂ ਦੇ ਨਾਲ ਹਮਲਾ ਕਰ ਦੇਵੇ ਉਦੋਂ ਇਹ ਐਮਰਜੈਂਸੀ ਲਾਗੂ ਕੀਤੀ ਜਾਂਦੀ ਆ। ਕਹਿੰਦੇ ਸੰਕਟ ਕਾਲ ਦੇ ਐਲਾਨ ਲਈ ਰਾਸ਼ਟਰਪਤੀ ਨੂੰ ਮੰਤਰੀ ਮੰਡਲ ਦੀ ਲਿਖਤੀ ਬੇਨਤੀ ਜ਼ਰੂਰੀ, ਯਾਨੀ ਕਿ ਰਾਸ਼ਟਰਪਤੀ ਨੂੰ ਨਾ ਪਹਿਲਾਂ ਬੇਨਤੀ ਕਰਨੀ ਪੈਂਦੀ ਹੈ ਵੀ ਮੈਂ ਨਾ ਹੁਣ ਕਿਸੇ ਜਗ੍ਹਾ ਦੇ ਉੱਤੇ ਐਮਰਜੈਂਸੀ ਲਗਾਣੀ ਹੈ, ਕਿ ਮੈਂ ਲਗਾ ਸਕਦਾ ਵਾਂ। ਕਹਿੰਦੇ ਸੰਕਟ ਕਾਲ ਦੇ ਐਲਾਨ ਉੱਤੇ ਸੰਸਦ ਦੀ ਪ੍ਰਵਾਨਗੀ। ਹੁਣ ਸੰਸਦ ਕੌਣ ਹੈ? ਜਿਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਬੈਠਦੇ ਨੇ, ਠੀਕ। ਤੇ ਹੁਣ ਕਹਿੰਦੇ ਉਹਨਾਂ ਦੇ ਮੈਂਬਰਾਂ ਦੀ 2/3 ਪ੍ਰਵਾਨਗੀ ਜ਼ਰੂਰੀ ਹੈ। 2/3 ਮੈਂਬਰ ਜੇ ਚਾਹੁਣ ਤੇ ਪ੍ਰਵਾਨਗੀ ਦੇ ਦੇਣ। ਜੇ ਉਹਨਾਂ ਨੇ ਪ੍ਰਵਾਨਗੀ ਦੇਤੀ ਤਾਂ ਜਿਹੜੀ ਨੈਸ਼ਨਲ ਐਮਰਜੈਂਸੀ ਆ ਉਹ ਲਾਗੂ ਹੋ ਜੂਗੀ। ਕਹਿੰਦੇ ਨੈਸ਼ਨਲ ਐਮਰਜੈਂਸੀ ਕਿੰਨੇ ਮਹੀਨੇ ਦੇ ਲਈ ਰਹਿੰਦੀ? ਅਸੀਂ ਕਹਿਣਾ 6 ਮਹੀਨੇ ਦੇ ਲਈ ਰਹਿੰਦੀ ਆ। ਜੇ ਜ਼ਰੂਰੀ ਹੋਵੇ ਤਾਂ ਉਹਨੂੰ ਅੱਗੇ ਵੀ ਵਧਾਇਆ ਜਾ ਸਕਦਾ ਵਾ। ਉਸ ਤੋਂ ਬਾਅਦ ਹੈਗਾ ਕਹਿੰਦੇ ਲੋਕ ਸਭਾ ਭੰਗ ਹੋਣ ਦੀ ਸਥਿਤੀ ਵਿੱਚ ਸੰਕਟਕਾਲੀ ਘੋਸ਼ਣਾ ਦੀ ਮਿਆਦ ਵਧਾਏ ਜਾਣ ਦੀ ਸਥਿਤੀ। ਹੁਣ ਮੰਨ ਲਓ ਐਮਰਜੈਂਸੀ ਲੱਗੀ ਹੈ ਲੇਕਿਨ ਲੋਕ ਸਭਾ ਭੰਗ ਹੋ ਗਈ ਹੈ। ਲੋਕ ਸਭਾ ਡਿਸੋਲਵ ਹੋਣ ਦਾ ਮਤਲਬ ਸਮਝਦੇ ਹੋ ਨਾ? ਜਦੋਂ ਅਸੀਂ ਇਹ ਚੀਜ਼ ਬੋਲ ਦੇਵਾਂਗੇ ਕਿ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੋ ਗਈ ਜਿਹਦੇ ਕਰਕੇ ਮਨਿਸਟਰ ਹਟਾ ਦਿੱਤੇ ਜਾਂਦੇ ਆ, ਤੇ ਜਦੋਂ ਮਨਿਸਟਰ ਹਟਾਤੇ ਲੋਕ ਸਭਾ ਭੰਗ ਹੋ ਗਈ। ਹੁਣ ਕਹਿੰਦੇ ਕਿ ਐਮਰਜੈਂਸੀ ਦੀ ਮਿਆਦ ਨਾ ਅਸੀਂ 6 ਮਹੀਨਿਆਂ ਤੋਂ ਅੱਗੇ ਵੀ ਵਧਾ ਸਕਦੇ ਹਾਂ, ਠੀਕ ਹੈ, ਕਿਉਂਕਿ ਐਮਰਜੈਂਸੀ ਨੂੰ ਜੇ ਸ਼ੁਰੂ ਕਰਨ ਦੇ ਲਈ ਲੋਕ ਸਭਾ ਤੇ ਰਾਜ ਸਭਾ ਚਾਹੀਦੇ ਆ, ਐਮਰਜੈਂਸੀ ਨੂੰ ਖਤਮ ਕਰਨ ਦੇ ਲਈ ਵੀ ਲੋਕ ਸਭਾ ਤੇ ਰਾਜ ਸਭਾ ਚਾਹੀਦੇ ਆ, ਤੇ ਹੁਣ ਤਾਂ ਲੋਕ ਸਭਾ ਹੀ ਖਤਮ ਹੋ ਗਈ। ਸੋ ਐਮਰਜੈਂਸੀ ਦੀ ਜਿਹੜੀ ਮਿਆਦ ਹੈਗੀ ਆ ਉਹਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਵਾ। 30 ਦਿਨ ਦੀ ਹੋਰ ਅੱਗੇ ਪ੍ਰਵਾਨਗੀ ਲੈ ਲਈ ਜਾਂਦੀ ਕਿ 30 ਦਿਨ ਹੋਰ ਅੱਗੇ ਪਾ ਦਿੰਦੇ ਆ। ਕਹਿੰਦੇ ਸੰਕਟ ਕਾਲ ਦੀ ਘੋਸ਼ਣਾ ਦੀ ਸਮਾਪਤੀ। ਕਹਿੰਦੇ ਕਿ ਸੰਕਟ ਕਾਲ ਦੀ ਘੋਸ਼ਣਾ ਦੀ ਸਮਾਪਤੀ ਜਿਹੜੀ ਆ ਉਹਨੂੰ ਇਦਾਂ ਕੀਤਾ ਜਾਂਦਾ ਹੈ ਕਿ 14 ਦਿਨ ਦੇ ਅੰਦਰ ਅੰਦਰ ਲੋਕ ਸਭਾ ਦੇ ਸਾਰੇ ਮੈਂਬਰ ਬੁਲਾਏ ਜਾਂਦੇ ਆ, ਮਤਾ ਪਾਸ ਕੀਤਾ ਜਾਂਦਾ ਵਾ। ਮਤਾ ਪਾਸ ਕਰਨ ਦਾ ਮਤਲਬ ਹੁੰਦਾ ਬਿੱਲ ਪਾਸ ਕਰ ਦੇਣਾ। ਬਿੱਲ ਪਾਸ ਕਰਕੇ ਕਹਿੰਦੇ ਕਿ ਜਿਹੜਾ ਸੰਕਟ ਕਾਲ ਆ ਉਹਨੂੰ ਖਤਮ ਕਰ ਦਿੱਤਾ ਜਾਂਦਾ ਵਾ। ਉਸ ਤੋਂ ਬਾਅਦ ਤੁਹਾਡਾ ਆ ਜਾਂਦਾ ਹੈਗਾ ਕਹਿੰਦੇ ਸੰਕਟ ਕਾਲ ਦਾ ਐਲਾਨ ਨਿਆਂਯੋਗ ਹੋਊਗਾ। ਕਹਿੰਦੇ ਸੰਕਟ ਕਾਲ ਦਾ ਜਿਹੜਾ ਐਲਾਨ ਆ ਨਾ ਉਹ ਨਿਆਂਯੋਗ ਹੋਊਗਾ। ਕਹਿੰਦੇ ਇਸ ਦੀ ਉਚਿਤਤਾ ਨੂੰ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਆ। ਮਤਲਬ ਕਿ ਜੇ ਮੰਨ ਲਓ ਸੰਕਟ ਕਾਲ ਲਗਾ ਦਿੱਤਾ, ਜ਼ਰੂਰਤ ਹੈ ਨਹੀਂ ਸੀ, ਲਗਾ ਦਿੱਤਾ, ਤੇ ਇਹਦੇ ਮਤਲਬ ਹੈਗਾ ਕਿ ਤੁਸੀਂ ਅਦਾਲਤ ਦੇ ਕੋਲ ਜਾ ਸਕਦੇ ਹੋ। ਲੀਡਰ ਜਿਹੜੇ ਹੁੰਦੇ ਆ ਅਦਾਲਤ ਕੋਲ ਜਾ ਸਕਦੇ ਆ ਵੀ ਐਮਰਜੈਂਸੀ ਲਗਾਤੀ, ਜ਼ਰੂਰਤ ਹੈ ਨਹੀਂ ਸੀ, ਫਿਰ ਵੀ ਇਹਨੂੰ ਲਗਾਤਾ, ਨਹੀਂ ਲਗਾਣੀ ਚਾਹੀਦੀ ਸੀ। ਕਹਿੰਦੇ ਸੰਕਟ ਕਾਲ ਦਾ ਪ੍ਰਭਾਵ ਵਿਸ਼ੇਸ਼ ਖੇਤਰ ਤੱਕ ਸੀਮਤ ਕੀਤਾ ਜਾ ਸਕਦਾ ਵਾ। ਮਤਲਬ ਜਿਹੜੇ ਏਰੀਆ ਦੇ ਵਿੱਚ ਸੰਕਟ ਕਾਲ ਲੱਗਿਆ ਨਾ ਉਸੇ ਏਰੀਆ 'ਚ ਲਗਾਇਆ ਜਾ ਸਕਦਾ। ਕਸ਼ਮੀਰ ਦੇ ਵਿੱਚ ਲਾਸਟ ਟਾਈਮ ਲੱਗਾ ਸੀ ਨਾ, ਮਹਿਬੂਬਾ ਮੁਫਤੀ ਹਟਾਤੀ ਸੀ ਉੱਥੋਂ, ਹੈਨਾ, ਉਹ ਸੰਵਿਧਾਨਕ ਸੰਕਟ ਕਾਲ ਲੱਗਾ ਸੀਗਾ ਕਿ ਮਹਿਬੂਬਾ ਮੁਫਤੀ ਹਟਾਤੀ ਸੀ, ਰਾਸ਼ਟਰਪਤੀ ਦਾ ਰਾਜ ਉੱਤੇ ਲਾਗੂ ਹੋ ਗਿਆ ਸੀਗਾ। ਬੀਜੇਪੀ ਨੇ ਸਿੱਧਾ ਕੰਟੈਕਟ ਕੀਤਾ ਸੀ ਫਿਰ ਕਸ਼ਮੀਰ ਦੇ ਨਾਲ, ਹੈਨਾ। ਤਾਂ ਇਸ ਤਰ੍ਹਾਂ ਤੋਂ ਕਹਿੰਦੇ ਨੈਸ਼ਨਲ ਐਮਰਜੈਂਸੀ ਇਨ ਇੰਡੀਆ, ਭਾਰਤ ਦੇ ਵਿੱਚ ਰਾਸ਼ਟਰੀ ਸੰਕਟ ਕਾਲ ਕਦੋਂ ਲੱਗਾ? ਪਹਿਲੀ ਵਾਰ ਤਾਂ ਜਦੋਂ ਸਾਡੇ ਤੇ ਚੀਨ ਨੇ ਹਮਲਾ ਕੀਤਾ ਸੀ 1962 ਦੇ ਵਿੱਚ ਉਦੋਂ ਲੱਗਾ ਸੀ। ਦੂਜੀ ਵਾਰ ਸਾਡੇ ਤੇ ਚੀਨ ਨੇ ਹਮਲਾ ਕੀਤਾ 2019 ਦੇ ਵਿੱਚ, ਠੀਕ ਹੈ। ਪਹਿਲੀ ਵਾਰ ਜਦੋਂ 1962 ਦੇ ਵਿੱਚ ਕੀਤਾ ਸੀ ਉਦੋਂ ਐਮਰਜੈਂਸੀ ਲੱਗੀ ਸੀ। 1971 ਦੇ ਵਿੱਚ ਜਦੋਂ ਸਾਡੇ ਤੇ ਪਾਕਿਸਤਾਨ ਨੇ ਹਮਲਾ ਕਰਤਾ ਸੀ ਉਦੋਂ ਐਮਰਜੈਂਸੀ ਲੱਗ ਗਈ ਸੀ, ਠੀਕ ਹੈ। ਇਸ ਤਰ੍ਹਾਂ ਕਹਿੰਦੇ ਅਸੀਂ ਦੇਖਦੇ ਹੈਗੇ ਆ ਕਿ 1975 ਦੇ ਵਿੱਚ ਵੀ ਕਹਿੰਦੇ ਕਿ ਦੇਸ਼ ਦੀ ਸਿਚੁਏਸ਼ਨ ਖਰਾਬ ਹੋ ਜਾਣ ਤੇ ਐਮਰਜੈਂਸੀ ਲੱਗੀ ਸੀ। ਕਹਿੰਦੇ ਇਫੈਕਟ ਦੱਸੋ ਕਿ ਐਮਰਜੈਂਸੀ ਲੱਗ ਗਈ, ਇਫੈਕਟ ਕੀ ਪਏ ਐਮਰਜੈਂਸੀ ਦੇ? ਪਹਿਲਾ ਤਾਂ ਇਫੈਕਟ ਇਹ ਪੈਂਦਾ ਰਹੇ ਕਿ ਜਿੰਨੀਆਂ ਵੀ ਸੰਘ ਦੇ ਕੋਲ, ਸੰਘ ਮਤਲਬ ਸੈਂਟਰਲ ਗਵਰਨਮੈਂਟ ਦੀ ਪਾਵਰ ਬਹੁਤ ਵੱਧ ਜਾਂਦੀ ਹੈ, ਕਿਉਂਕਿ ਉਹ ਕੋਲ ਹੁਣ ਏਦਾਂ ਦੀ ਪਾਵਰ ਆ ਜਾਂਦੀ ਹੈ ਕਿ ਉਹ ਕੋਈ ਵੀ ਰੂਲ ਬਣਾਵੇ
ਤੇ ਜਿਹੜੀ ਜਗ੍ਹਾ ਦੇ ਉੱਤੇ ਐਮਰਜੈਂਸੀ ਲੱਗੀ ਆ ਨਾ ਉੱਤੇ ਕਿਸੇ ਵੀ ਤਰ੍ਹਾਂ ਦਾ ਰੂਲ ਲਾਗੂ ਕਰ ਸਕਦੀ ਹੈ। ਠੀਕ ਹੈ। ਦੂਜੇ ਨੰਬਰ ਤੇ ਇਹ ਹੋ ਜਾਂਦਾ ਵਾ ਕਿ ਹੁਣ ਜਿਹੜੀ ਸੈਂਟਰਲ ਗਵਰਨਮੈਂਟ ਆ ਨਾ ਉਹ ਕੋਲ ਪਾਵਰ ਵੱਧ ਜਾਂਦੀਆਂ ਨੇ। ਪਹਿਲਾਂ ਤਾਂ ਜਿੱਦਾਂ ਮਤਲਬ ਨਾ ਉਹਦੇ ਕੋਲ 98 ਪਾਵਰ ਨੇ, ਉਸ ਤੋਂ ਬਾਅਦ ਉਹਦੀਆਂ ਪਾਵਰ ਬਹੁਤ ਵੱਧ ਜਾਂਦੀਆਂ ਨੇ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਕਿ ਸੰਕਟ ਕਾਲ ਦੀ ਮਿਆਦ ਨੂੰ ਉਹ ਵਧਾ ਵੀ ਸਕਦਾ ਵਾ। ਫਿਰ ਉਦਾਂ ਤਾਂ ਸਾਡੇ ਕੋਲ ਨਾ ਬਹੁਤ ਫਰੀडम ਨੇ, ਅਸੀਂ ਸਪੀਚ ਦੇ ਸਕਦੇ ਹਾਂ, ਹਨਾ, ਅਸੀਂ ਕਿਸੇ ਵੀ ਜਗ੍ਹਾ ਤੇ ਆ ਜਾ ਸਕਦੇ ਹਾਂ, ਮੂਵਮੈਂਟ ਕਰ ਸਕਦੇ ਹਾਂ, ਪਰ ਜਦੋਂ ਐਮਰਜੈਂਸੀ ਲੱਗਦੀ ਹੈ ਨਾ ਸਾਡੀਆਂ ਫਰੀडम ਖਤਮ ਹੋ ਜਾਂਦੀਆਂ ਨੇ। ਸਾਨੂੰ ਫਰੀडम ਬਸ ਉਨੀ ਕੁ ਰਹਿ ਜਾਂਦੀ ਹੈ ਜਿੰਨੀ ਕਿ ਸੈਂਟਰ ਗਵਰਨਮੈਂਟ ਦੇ ਦੇਵੇ, ਬਾਕੀ ਸਾਰੀਆਂ ਫਰੀडम ਖਤਮ। ਕਲੀਅਰ। ਉਸ ਤੋਂ ਬਾਅਦ ਹੈ ਸੰਵਿਧਾਨਕ ਸੰਕਟ ਕਾਲ। ਜਦੋਂ ਮੈਂ ਬੋਲਿਆ ਨੈਸ਼ਨਲ, ਤੇ ਤੁਸੀਂ ਉਦੋਂ ਇਹ ਸਮਝਣਾ ਕਿ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਕੋਈ ਸੰਕਟ ਆ ਜਾਂਦਾ ਹੈ, ਨੈਸ਼ਨਲ ਲੈਵਲ ਦੇ ਉੱਤੇ ਜਦੋਂ ਸਾਡੇ ਤੇ ਕੋਈ ਅਟੈਕ ਕਰ ਦਿੰਦਾ ਹੈ। ਜਦੋਂ ਮੈਂ ਬੋਲਿਆ ਸੰਵਿਧਾਨਕ ਸੰਕਟ, ਜਦੋਂ ਸਾਡਾ ਦੇਸ਼ ਸੰਵਿਧਾਨ ਦੇ ਅਕੋਰਡਿੰਗ ਨਹੀਂ ਚੱਲ ਰਿਹਾ, ਉਦੋਂ ਸੰਵਿਧਾਨਕ ਸੰਕਟ ਪੈਦਾ ਹੋ ਜਾਂਦਾ ਵਾ। ਠੀਕ ਹੈ। ਜਿੱਦਾਂ ਮੈਂ ਕਸ਼ਮੀਰ ਦੀ ਐਗਜ਼ਾਮਪਲ ਹੀ ਦਊਂਗੀ ਕਿਉਂਕਿ ਰੀਸੈਂਟ ਦੀ ਉਹੀ ਐਗਜ਼ਾਮਪਲ ਹੈਗੀ ਹੈ। ਕਸ਼ਮੀਰ ਜਿਹੜਾ ਹੈਗਾ ਵਾ ਉਹਦੇ ਵਿੱਚ ਸ਼੍ਰੀਨਗਰ ਇੱਕ ਸਟੇਟ ਹੈਗੀ ਆ ਕਸ਼ਮੀਰ ਦੇ ਵਿੱਚ, ਕਸ਼ਮੀਰ ਦੇ ਵਿੱਚ ਸ਼੍ਰੀਨਗਰ ਨਾਮ ਦਾ ਇੱਕ ਇਲਾਕਾ ਹੈਗਾ ਵਾ, ਇੱਕ ਪ੍ਰਦੇਸ਼ ਹੈਗਾ ਵਾ ਜਿੱਥੇ ਆਏ ਦਿਨ ਅਟੈਕ ਹੁੰਦੇ ਸੀ, ਗੋਲਾਬਾਰੀ ਹੁੰਦੀ ਸੀ, ਲੋਕ ਪੱਥਰ ਸਿੱਟਦੇ ਸੀ, ਜਿਹਦੇ ਕਰਕੇ ਮਹਿਬੂਬਾ ਮੁਫਤੀ ਜਿਹੜੀ ਸੀ ਹਰੇਕ ਵਾਰ ਏਦਾਂ ਕਹਿ ਕੇ ਟਾਲ ਦਿੰਦੀ ਸੀ, ਕਦੇ ਰਮਜ਼ਾਨ ਚੱਲ ਰਿਹਾ, ਕਦੇ ਰੋਜ਼ੇ ਚੱਲ ਰਹੇ ਨੇ, ਮਤਲਬ ਬੈਕ ਅਟੈਕ ਨਹੀਂ ਸੀ ਕਰਦੀ, ਜਿਹਦੇ ਕਰਕੇ ਬੀਜੇਪੀ ਨੇ ਮਹਿਬੂਬਾ ਮੁਫਤੀ ਉੱਥੋਂ ਦੀ ਚੀਫ ਮਿਨਿਸਟਰ ਨੂੰ ਹਟਾ ਦਿੱਤਾ। ਸਾਰੀ ਸਿਚੁਏਸ਼ਨ ਕਿਹਦੇ ਕੰਟਰੋਲ ਅੰਡਰ ਆ ਗਈ? ਚੀਫ ਮਿਨਿਸਟਰ ਦੇ। ਮੈਂ ਬੋਲਿਆ ਐਮਰਜੈਂਸੀ ਹੋਈ ਏਦਾਂ ਦੀ ਪਾਵਰ ਹੈ ਜਿਸ ਚ ਰਾਸ਼ਟਰਪਤੀ ਕੋਲ ਪਾਵਰ ਹੁੰਦੀ, ਅਦਰਵਾਈਜ਼ ਰਾਸ਼ਟਰਪਤੀ ਜ਼ੀਰੋ ਹੈ। ਕੌਣ ਹੈ ਸਾਡੇ ਦੇਸ਼ ਦਾ ਰਾਸ਼ਟਰਪਤੀ? ਰਾਮਨਾਥ ਕੋਵਿੰਦ। ਠੀਕ ਹੈ। ਉਹ ਕੋ ਕੋਈ ਪਾਵਰ ਨਹੀਂ ਹੈ, ਜ਼ੀਰੋ ਪਾਵਰ ਵਾਲਾ ਬੰਦਾ ਹੈ। ਲੇਕਿਨ ਜਦੋਂ ਐਮਰਜੈਂਸੀ ਲੱਗਦੀ ਹੈ ਪਾਵਰ ਉੱਕੋ ਆ ਜਾਂਦੀ ਹੈ ਸਾਰੀ। ਕਲੀਅਰ। ਸੋ ਇਸ ਤਰ੍ਹਾਂ ਕਹਿੰਦੇ ਸੰਕਟ ਕਾਲ ਜਦੋਂ ਲੱਗਦਾ ਹੈਗਾ ਵਾ ਪਾਵਰ ਸਾਰੀਆਂ ਕਿਹਦੇ ਕੰਟਰੋਲ ਅੰਡਰ ਆ ਜਾਂਦੀਆਂ ਹੈਗੀਆਂ ਨੇ? ਰਾਸ਼ਟਰਪਤੀ ਦੇ ਅੰਦਰ। ਸੰਵਿਧਾਨਕ ਸੰਕਟ ਕਾਲ ਦਾ ਮਤਲਬ ਹੈ ਜਦੋਂ ਦੇਸ਼ ਸੰਵਿਧਾਨ ਦੇ ਅਕੋਰਡਿੰਗ ਨਹੀਂ ਚੱਲ ਰਿਹਾ। ਠੀਕ ਹੈ। ਇਸ ਤੋਂ ਬਾਅਦ ਅਸੀਂ ਕਰਾਂਗੇ ਸੰਕਟ ਕਾਲ ਦੇ ਐਲਾਨ ਉੱਤੇ ਸੰਸਦ ਦੀ ਪ੍ਰਵਾਨਗੀ। ਬਾਕੀ ਸਾਰੀਆਂ ਚੀਜ਼ਾਂ ਸੇਮ ਲਿਖ ਦਿਓ ਜੋ ਪਿੱਛੇ ਪੜਾਈਆਂ ਨੇ ਕਿ ਸੰਸਦ ਦੀ ਪ੍ਰਵਾਨਗੀ ਜ਼ਰੂਰੀ ਹੈ, 2/3 ਮੈਂਬਰਾਂ ਦਾ ਹੋਣਾ ਜ਼ਰੂਰੀ ਹੈ। ਮਿਆਦ ਕੀ ਹੈ? 6 ਮਹੀਨੇ ਤੱਕ ਸੰਕਟ ਕਾਲ ਲਗਾਇਆ ਜਾਂਦਾ। 6 ਮਹੀਨਿਆਂ ਤੋਂ ਬਾਅਦ ਸੰਕਟ ਕਾਲ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਕਹਿੰਦੇ ਧਾਰਾ 356 ਦਾ ਦੁਰਉਪਯੋਗ। ਇਹ ਧਾਰਾ ਬੜੀ ਇੰਪੋਰਟੈਂਟ ਹੈ। ਆਰਟੀਕਲ 356 ਆਰਟੀਕਲ ਬੜਾ ਇੰਪੋਰਟੈਂਟ ਆਰਟੀਕਲ ਹੈ। ਫੋਰ ਐਗਜ਼ਾਮਪਲ ਦੇ ਤੌਰ ਤੇ ਜਿੱਦਾਂ ਹੁਣ ਸਾਡੀ ਸੈਂਟਰਲ ਗਵਰਨਮੈਂਟ ਬੀਜੇਪੀ ਦੀ ਹੈ, ਸਟੇਟ ਵਿੱਚ ਸਾਡੀ ਹੈਗੀ ਕਾਂਗਰਸ ਦੀ ਗਵਰਨਮੈਂਟ। ਹੁਣ ਜੇ ਸੈਂਟਰਲ ਗਵਰਨਮੈਂਟ ਚਾਹੇ ਨਾ, ਬੀਜੇਪੀ ਚਾਹੇ ਨਾ, ਉਹ ਐਲਾਨ ਕਰ ਸਕਦਾ ਹੈ ਇਸ ਚੀਜ਼ ਦਾ ਕਿ ਨਹੀਂ ਸਟੇਟ ਵਿੱਚ ਚੰਗੀ ਗਵਰਨਮੈਂਟ ਨਹੀਂ ਹੈ, ਸਟੇਟ ਦੀ ਸਿਚੁਏਸ਼ਨ ਖਰਾਬ ਹੈ, ਆਪਣੇ ਕੋਲੋਂ ਬਿਨਾਂ ਮਤਲਬ ਤੋਂ ਹੀ। ਮਤਲਬ ਜਦੋਂ ਸੈਂਟਰਲ 'ਚ ਹੋਰ ਗਵਰਨਮੈਂਟ ਹੈ, ਸਟੇਟ 'ਚ ਹੋਰ ਗਵਰਨਮੈਂਟ ਹੈ, ਤਾਂ ਸੈਂਟਰਲ ਗਵਰਨਮੈਂਟ ਦੇ ਕੋਲ ਇੰਨੀ ਪਾਵਰ ਹੁੰਦੀ ਹੈ, ਉਹ ਕਵੇ ਕਿ ਨਹੀਂ ਸਟੇਟ ਦੇ ਹਾਲਾਤ ਖਰਾਬ ਨੇ, ਸਟੇਟ ਨਹੀਂ ਸਹੀ ਤਰੀਕੇ ਨਾਲ ਚੱਲ ਰਹੀ, ਉਹ ਕੀ ਕਰਦਾ ਹੈ? ਧਾਰਾ ਲਗਾ ਦਿੰਦਾ ਹੈ, ਧਾਰਾ 356। ਜਿੱਥੇ ਧਾਰਾ 356 ਲੱਗ ਜਾਂਦੀ ਹੈ ਉੱਥੇ ਸਟੇਟ ਦੀ ਗਵਰਨਮੈਂਟ ਖਤਮ ਹੋ ਜਾਂਦੀ ਹੈ। ਕਲੀਅਰ। ਸਟੇਟ ਦੀ ਗਵਰਨਮੈਂਟ ਖਤਮ, ਉਹਦੀਆਂ ਪਾਵਰ ਖਤਮ। ਇਹਦਾ ਮਤਲਬ ਹੁਣ ਸਟੇਟ ਦੇ ਕੋਲ ਕੋਈ ਪਾਵਰ ਨਹੀਂ। ਕਲੀਅਰ। ਸੋ ਇਹਦੇ ਨਾਲ ਕੀ ਹੁੰਦਾ ਵਾ, ਅਸੀਂ ਕਹਿੰਦੇ ਆ ਕਿ ਇਹ ਤਾਂ ਧਾਰਾ 356 ਦਾ ਦੁਰਉਪਯੋਗ ਹੋ ਗਿਆ ਕਿਉਂਕਿ ਸਟੇਟ ਦੇ, ਸਾਨੂੰ ਪਤਾ ਹੀ ਹੈ ਸੈਂਟਰਲ ਗਵਰਨਮੈਂਟ ਦੇ ਕੋਲ ਬਹੁਤ ਪਾਵਰ ਹੈ ਤੇ ਸੈਂਟਰਲ ਗਵਰਨਮੈਂਟ ਜਦੋਂ ਚਾਹੇ ਏਦਾਂ ਦੇ ਕੰਮ ਕਰ ਸਕਦੀ ਹੈ। ਸੋ ਕਹਿੰਦੇ ਕਿ ਰਾਸ਼ਟਰਪਤੀ ਜਿਹੜਾ ਹੈਗਾ, ਕਹਿੰਦੇ ਕਿ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਕਹਿੰਦੇ ਸੰਕਟ ਕਾਲ ਜਿਹੜਾ ਉੱਥੇ ਲਾਗੂ ਹੋ ਜਾਂਦਾ ਵਾ। ਕਹਿੰਦੇ ਸੰਕਟ ਕਾਲ ਦਾ ਐਲਾਨ ਨਿਆਂਯੋਗ ਹੋਏਗਾ। ਕਹਿੰਦੇ ਜੇ ਨਿਆਂਯੋਗ ਨਹੀਂ ਆ ਫਿਰ ਚੁਣੌਤੀ ਦੇ ਦਿਓ। ਉਸ ਤੋਂ ਬਾਅਦ ਹੈ ਸੰਕਟ ਕਾਲ ਦੇ ਪ੍ਰਭਾਵ। ਸੇਮ ਸੰਕਟ ਕਾਲ ਦੇ ਪ੍ਰਭਾਵ ਬੇਟਾ ਇਹੀ ਹੈ ਕਿ ਸੰਕਟ ਕਾਲ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਨੇ ਮੁਅੱਤਲ ਕਰ ਦਿੱਤੀਆਂ ਜਾਂਦੀਆਂ ਨੇ। ਰਾਜ ਸਰਕਾਰ ਦੇ ਕੋਲ ਜਿੰਨੇ ਵੀ ਅਧਿਕਾਰ ਹੁੰਦੇ ਆ ਸਾਰੇ ਮੁਅੱਤਲ ਕਰ ਦਿੱਤੇ ਜਾਂਦੇ ਨੇ, ਖਤਮ ਕਰ ਦਿੱਤੇ ਜਾਂਦੇ ਨੇ। ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਵਾ, ਮੰਤਰੀ ਪਰਿਸ਼ਦ ਭੰਗ ਹੋ ਜਾਂਦਾ ਵਾ। ਠੀਕ ਹੈ। ਹੁਣ ਆਉਂਦਾ ਲਾਸਟ ਦੇ ਵਿੱਚ ਵਿੱਤੀ ਸੰਕਟ। ਵਿੱਤੀ ਸੰਕਟ ਜਿਹੜਾ ਹੈਗਾ ਨਾ, ਇਹ ਲੀਡਰ ਕਦੇ ਨਹੀਂ ਲਾਉਂਦੇ ਕਿਉਂਕਿ ਜਦੋਂ ਵਿੱਤੀ ਸੰਕਟ ਲੱਗਦਾ ਨਾ, ਫਾਈਨਾਂਸ ਜਿਹੜਾ ਹੈਗਾ ਵਾ ਐਮਰਜੈਂਸੀ ਲੱਗਦੀ, ਲੀਡਰਾਂ ਦੀਆਂ ਤਨਖਾਹਾਂ ਘੱਟ ਹੁੰਦੀਆਂ ਨੇ, ਇਸ ਲਈ ਉਹ ਹਰ ਟਾਈਪ ਦੀ ਐਮਰਜੈਂਸੀ ਲਗਾਉਂਦੇ ਲੇਕਿਨ ਕਦੇ ਫਾਈਨਾਂਸ ਐਮਰਜੈਂਸੀ ਨਹੀਂ ਲਗਾਉਂਦੇ। ਨਾ ਕਦੇ ਤੁਸੀਂ ਸੁਣੀ ਹੋਊਗੀ ਕਿ ਏਦਾਂ ਦੀ ਐਮਰਜੈਂਸੀ ਕੋਈ ਲੱਗ ਗਈ ਹੈ।
ਕਹਿੰਦੇ ਕਿ ਜੇਕਰ ਰਾਸ਼ਟਰਪਤੀ ਮਹਿਸੂਸ ਕਰੇ ਕਿ ਵਿੱਤ ਖਰਾਬ ਹੈ, ਸਿਚੁਏਸ਼ਨ ਖਰਾਬ ਹੈ, ਹੁਣ ਵਿੱਤ ਖਰਾਬ ਹੀ ਹੈ, ਠੀਕ ਹੈ, ਤਾਂ ਹੀ ਆ ਬਾਰ-ਬਾਰ ਧਰਨੇ ਲੱਗਦੇ ਨੇ, ਠੀਕ ਹੈ, ਤਾਂ ਹੀ ਲੋਕਾਂ ਨੂੰ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ। ਲੇਕਿਨ ਇਹ ਚਾਹੇ ਤੇ ਸਾਡੀ ਪਾਰਲੀਮੈਂਟ ਲਗਾ ਸਕਦੀ ਹੈ, ਪਰ ਕਦੇ ਲਗਾਉਂਦੀ ਨਹੀਂ। ਸੰਸਦ ਦੀ ਸੇਮ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ, ਨਿਸ਼ਚਿਤ ਸਮੇਂ ਦੇ ਲਈ ਲਾਗੂ ਹੁੰਦਾ ਹੈ। ਇਫੈਕਟ ਕੀ ਪੈਂਦਾ? ਇਫੈਕਟ ਪਹਿਲਾਂ ਇਹ ਹੁੰਦਾ ਵਾ ਕਿ ਰਾਸ਼ਟਰਪਤੀ ਰਾਜ ਸਰਕਾਰ ਨੂੰ ਵਿੱਤ ਸ਼ਕਤੀਆਂ ਦੇ ਪ੍ਰਯੋਗ ਸੰਬੰਧੀ ਨਿਰਦੇਸ਼ ਦੇ ਸਕਦਾ ਵਾ, ਕਰਮਚਾਰੀਆਂ ਦੀ ਤਨਖਾਹ ਘੱਟ ਕਰ ਸਕਦਾ ਵਾ। ਕਹਿੰਦੇ ਰਾਸ਼ਟਰਪਤੀ ਰਾਜ ਨੂੰ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਬਜਟ ਦੇ ਉੱਤੇ ਪ੍ਰਵਾਨਗੀ ਦੇਣ ਦੇ ਨਿਰਦੇਸ਼ ਦੇ ਸਕਦਾ ਵਾ। ਰਾਸ਼ਟਰਪਤੀ ਦੇਸ਼ ਦੇ ਵਿੱਚ ਆਰਥਿਕ ਸਥਿਰਤਾ ਲਿਆਉਣ ਦੇ ਲਈ ਕਦਮ ਚੁੱਕ ਸਕਦਾ ਵਾ। ਮਤਲਬ ਰਾਸ਼ਟਰਪਤੀ ਇਹ ਸਾਰੀਆਂ ਚੀਜ਼ਾਂ ਕਰ ਸਕਦਾ ਵਾ, ਲੇਕਿਨ ਉਹ ਕਦੇ ਕਰੂਗਾ ਕਿਉਂ? ਉਹ ਕਦੋਂ ਚਾਹੂਗਾ ਕਿ ਮੇਰੇ ਲੀਡਰਾਂ ਦੀਆਂ ਤਨਖਾਹਾਂ ਘੱਟ ਕਰ ਦੇਣ? ਕਦੇ ਵੀ ਨਹੀਂ ਚਾਹੂਗਾ। ਠੀਕ, ਸੋ ਅਸੀਂ ਇਹ ਚੀਜ਼ ਕਰਾਂਗੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਰਾਸ਼ਟਰਪਤੀ ਦੇ ਕੰਟਰੋਲ ਦੇ ਅੰਡਰ ਆ। ਸਿਰਫ ਇੱਕ ਕੁਐਸਚਨ ਹੈਗਾ ਕਿ ਕ੍ਰਿਟੀਸਾਈਜ਼ ਆਫ ਦ ਐਮਰਜੈਂਸੀ ਆਫ ਪਾਵਰ ਆਫ ਦ ਪ੍ਰੈਜ਼ੀਡੈਂਟ। ਕਹਿੰਦੇ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਆਲੋਚਨਾ ਕਰੋ। ਅਸੀਂ ਕਵਾਂਗੇ ਕਿ ਕਈ ਆਲੋਚਕਾਂ ਦਾ ਵਿਚਾਰ ਹੈ ਕਿ ਭਾਰਤ ਦੇ ਵਿੱਚ ਇੱਕ ਨਿਰਕੁਸ਼ ਅਤੇ ਪੁਲਿਸ ਰਾਜ ਦੀਆਂ ਨੀਹਾਂ ਰੱਖੀਆਂ ਗਈਆਂ ਨੇ, ਠੀਕ ਹੈ, ਮਤਲਬ ਕਿ ਸ਼ੁਰੂ ਤੋਂ ਹੀ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦੇ ਵਿੱਚ ਵਿਵਾਦ ਜਿਹਾ ਬਣਿਆ ਹੋਇਆ ਵਾ, ਠੀਕ ਹੈ। ਕਹਿੰਦੇ ਕਿ ਇੱਕ ਰਾਈਟਰ ਹੈਗੇ ਨੇ ਸ਼੍ਰੀ HV ਕਾਮਤ, ਕਹਿੰਦੇ ਉਹਨੇ ਕਿਹਾ ਕਿ ਸੰਸਾਰ ਦੇ ਲੋਕਤੰਤਰੀ ਦੇਸ਼ਾਂ ਦੇ ਕਿਸੇ ਵੀ ਸੰਵਿਧਾਨ ਦੇ ਸੰਕਟ ਕਾਲ ਨਾਲ ਸੰਬੰਧਿਤ ਅਧਿਆਏ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮਤਲਬ ਕਹਿੰਦੇ ਰਾਸ਼ਟਰਪਤੀ ਨੂੰ ਬੇਮਤਲਬ ਦੀਆਂ, ਬਿਨਾਂ ਫਜ਼ੂਲ ਦੀਆਂ ਇੱਥੇ ਬਹੁਤ ਸਾਰੀਆਂ ਪਾਵਰ ਦੇ ਦਿੱਤੀਆਂ ਗਈਆਂ ਨੇ। ਸਭ ਤੋਂ ਪਹਿਲਾਂ ਹੈਗਾ ਅਟੈਕ ਔਨ ਸਟੇਟ ਆਟੋਨੋਮੀ। ਕਹਿੰਦੇ ਰਾਜਾਂ ਦੀ ਖੁਦਮੁਖਤਿਆਰੀ ਤੇ ਛਾਪਾ। ਦੇਖੋ ਬਈ ਸੰਕਟ ਕਾਲ ਲੱਗ ਰਿਹਾ, ਮੈਂ ਨਾਲੋਂ ਨਾਲ ਕ੍ਰਿਟੀਸਾਈਜ਼ ਤਾਂ ਕਰੀ ਗਈ ਸੀ, ਸੰਕਟ ਕਾਲ ਲੱਗ ਰਿਹਾ ਵਾ, ਠੀਕ ਹੈ। ਜਿਹੜੇ ਰਾਜਾਂ ਦੇ ਕੋਲ ਪਹਿਲਾਂ ਉਹਨਾਂ ਦੀਆਂ ਪਾਵਰ ਨੇ ਫਿਰ ਖੋਲੀਆਂ ਜਾਂਦੀਆਂ ਨੇ। ਉਦਾਂ ਅਸੀਂ ਕਹਿੰਦੇ ਆ ਕਿ ਸਾਡੇ ਤੇ ਕੋਈ ਅਟੈਕ ਨਹੀਂ ਕਰ ਸਕਦਾ, ਬਾਹਰੋਂ ਹਮਲਾ ਨਹੀਂ ਕਰ ਸਕਦਾ, ਅਸੀਂ ਪੂਰੀ ਤਰ੍ਹਾਂ ਫਰੀडम 'ਚ ਹੈਗੇ ਆ, ਮਗਰੋਂ ਸਾਡੇ ਦੇਸ਼ ਦੀਆਂ ਪਾਵਰ, ਸਾਡੀ ਸਟੇਟ ਦੀਆਂ ਪਾਵਰ ਹੀ ਖੋਹ ਲੈਂਦੇ ਨੇ ਇਹ। ਕਹਿੰਦੇ ਸੰਕਟ ਕਾਲ ਦੇ ਦੌਰਾਨ ਸਾਰੀਆਂ ਪਾਵਰ ਇਹ ਸੈਂਟਰਲ ਗਵਰਨਮੈਂਟ ਨੂੰ ਦੇ ਦਿੰਦੇ ਨੇ, ਠੀਕ ਹੈ, ਸਾਰਾ ਸਿਸਟਮ ਹੀ ਸੈਂਟਰਲ ਗਵਰਨਮੈਂਟ ਦੇ ਕੋਲ ਹੋ ਜਾਂਦਾ ਵਾ। ਫਿਰ ਜਿਹੜੀਆਂ ਮੈਂ ਤੁਹਾਨੂੰ ਧਾਰਾ ਦੱਸੀ ਸੀ, ਧਾਰਾ 356, ਕਹਿੰਦੇ ਉਹਦਾ ਦੁਰਉਪਯੋਗ ਕਰ ਲਿਆ ਜਾਂਦਾ ਵਾ। ਸਟੇਟ ਗਵਰਨਮੈਂਟ ਹੋਰ ਹੈ, ਸੈਂਟਰਲ ਗਵਰਨਮੈਂਟ ਹੋਰ ਹੈ, ਪਾਵਰ ਨੂੰ ਕਹਿੰਦੇ ਮਿਸਯੂਜ਼ ਕੀਤਾ ਜਾਂਦਾ ਵਾ। ਕਹਿੰਦੇ ਕਿ ਅਸੀਂ ਦੇਖਦੇ ਹਾਂ ਕਿ 27 ਮਾਰਚ 2016 ਨੂੰ ਸੰਘੀ ਮੰਤਰੀ ਮੰਡਲ ਦੀ ਸਿਫਾਰਿਸ਼ ਦੇ ਉੱਤੇ ਰਾਸ਼ਟਰਪਤੀ ਦੇ ਦੁਆਰਾ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ, ਠੀਕ। ਕਹਿੰਦੇ ਜਿਹਦੇ ਨਾਲ ਕਹਿੰਦੇ ਕਿ ਅਸੀਂ ਦੇਖਦੇ ਹਾਂ ਕਿ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਕਹਿੰਦੇ ਕਿ ਜਦੋਂ ਕਹਿੰਦੇ ਕੇਂਦਰੀ ਸਰਕਾਰ ਦੇ ਇਸ ਫੈਸਲੇ ਦੀ ਵੱਖ-ਵੱਖ ਥਾਵਾਂ ਦੇ ਉੱਤੇ ਆਲੋਚਨਾ ਕੀਤੀ ਕਿ ਕਿਉਂ ਰਾਸ਼ਟਰਪਤੀ ਰਾਜ ਲਾਗੂ ਕੀਤਾ। ਕਹਿੰਦੇ ਇਸ ਸਬੰਧ ਵਿੱਚ ਇਸ ਸਬੰਧ ਵਿੱਚ ਕਹਿੰਦੇ ਰਾਏ ਪ੍ਰਗਟ ਕਰਦੇ ਹੋਏ ਉੱਤਰਾਖੰਡ ਦੇ ਹਾਈ ਕੋਰਟ ਦੇ 2 ਜੱਜਾਂ ਦੀ ਬੈਂਚ ਬਿਠਾਈ ਗਈ, ਜਿਹਦੇ ਵਿੱਚ ਰਾਸ਼ਟਰਪਤੀ ਵੀ ਗਲਤੀ ਕਰ ਸਕਦਾ ਹੈ, ਏਦਾਂ ਐਲਾਨ ਕੀਤਾ ਗਿਆ, ਠੀਕ ਹੈ। ਉਸ ਤੋਂ ਬਾਅਦ ਹੈਗਾ ਕਹਿੰਦੇ ਇਹ ਜਿਹੜੀ ਧਾਰਾ ਹੈਗੀਆਂ ਨੇ ਇਹ ਸਾਡੇ ਸਿਸਟਮ ਨਾਲ ਤਾਂ ਮੇਲ ਨਹੀਂ ਖਾਂਦੀਆਂ। ਕਿੱਦਾਂ ਨਹੀਂ ਮੇਲ ਖਾਂਦੀਆਂ? ਕਿਉਂਕਿ ਸਾਡੇ ਸਟੇਟ ਗਵਰਨਮੈਂਟ ਦੇ ਕੋਲ ਵੀ ਪਾਵਰ ਹੈ, ਸੈਂਟਰਲ ਗਵਰਨਮੈਂਟ ਦੇ ਕੋਲ ਵੀ ਪਾਵਰ ਹੈ, ਠੀਕ ਹੈ। ਜਦੋਂ ਕਹਿੰਦੇ ਐਮਰਜੈਂਸੀ ਲਾ ਦਿੰਦੇ ਆ, ਸਟੇਟ ਗਵਰਨਮੈਂਟ ਦੀਆਂ ਪਾਵਰ ਤੁਸੀਂ ਖਤਮ ਕਰ ਦਿੰਦੇ ਆ। ਕਹਿੰਦੇ ਇਹ ਤਾਂ ਸਾਡੇ ਸਿਸਟਮ ਨਾਲ ਮੇਲ ਹੀ ਨਹੀਂ ਖਾਂਦੀ ਹੈ। ਸਾਡੇ ਕੋਲ ਤਾਂ ਪਾਵਰ ਹੈਗੀਆਂ ਨੇ, ਡਿਵਾਈਡ ਹੈਗੀਆਂ ਨੇ, ਸੈਂਟਰਲ ਕੋਲ ਆਪਣੀਆਂ, ਸਟੇਟ ਕੋਲ ਆਪਣੀਆਂ, ਤੁਸੀਂ ਕਿੱਦਾਂ ਸਟੇਟ ਦੀਆਂ ਪਾਵਰ ਨੂੰ ਖਤਮ ਕਰ ਦੋਗੇ? ਕਹਿੰਦੇ ਡੈਮੋਕ੍ਰੇਸੀ ਦੇ ਵੀ ਅਗੇਂਸਟ ਹੈ, ਨਾਲੇ ਕਹਿੰਦੇ ਤੁਹਾਨੂੰ ਫਰੀडम ਹੈ, ਤੁਹਾਡੀ ਕੋਈ ਫਰੀडम ਖੋ ਨਹੀਂ ਸਕਦਾ। ਕਹਿੰਦੇ ਫਿਰ ਤੁਸੀਂ ਕਹਿੰਦੇ ਜਦੋਂ ਐਮਰਜੈਂਸੀ ਲੱਗਦੀ ਹੈ ਤੁਹਾਡੀ ਫਰੀडम ਖੋਲੀ ਜਾਂਦੀ ਹੈ। ਕਹਿੰਦੇ ਇਦਾਂ ਕਿੱਦਾਂ ਤੁਸੀਂ ਐਮਰਜੈਂਸੀ ਦੇ ਟਾਈਮ ਪੀਰੀਅਡ ਵਿੱਚ ਸਾਡੀ ਫਰੀडम ਖੋਲੋਗੇ? ਸਾਨੂੰ ਤਾਂ ਰਾਈਟ ਟੂ ਫਰੀडम ਦਾ ਰਾਈਟ ਪ੍ਰੋਵਾਈਡ ਹੈ ਨਾ। ਕਹਿੰਦੇ ਮੌਲਿਕ ਅਧਿਕਾਰਾਂ ਤੇ ਛਾਪਾ। ਕਹਿੰਦੇ ਮੌਲਿਕ ਅਧਿਕਾਰ ਨੇ ਸਾਡਾ ਰਾਈਟ ਟੂ ਫਰੀडम। ਕਹਿੰਦੇ ਜਦੋਂ ਸਾਡੀ ਐਮਰਜੈਂਸੀ ਲੱਗਦੀ ਤੁਸੀਂ ਸਾਡੇ ਕੋਲ ਖੋਹ ਲੈਂਦੇ ਹੋ। ਕਹਿੰਦੇ ਇਹਦਾ ਮਤਲਬ ਹੈ ਕਿ ਤੁਸੀਂ ਸਾਡੇ ਰਾਈਟ ਤੱਕ ਨਹੀਂ ਸਾਡੇ ਕੋਲ ਰਹਿਣ ਦਿੰਦੇ ਜਦੋਂ ਐਮਰਜੈਂਸੀ ਲੱਗਦੀ ਹੈ। ਸਾਡੇ ਸਾਰੇ ਅਧਿਕਾਰ ਮੁਅੱਤਲ ਕਰ ਦਿੱਤੇ ਜਾਂਦੇ ਨੇ। ਅਸੀਂ ਸਿਰਫ ਉਹੀ ਰਾਈਟ ਮੰਨ ਸਕਦੇ ਹਾਂ ਜਿਹੜੇ ਸਾਨੂੰ ਗਵਰਨਮੈਂਟ ਨੇ ਦੇ ਦਿੱਤੇ, ਅਦਰਵਾਈਜ਼ ਤਾਂ ਸਾਡੇ ਕੋਲ ਕੋਈ ਰਾਈਟ ਹੀ ਨਹੀਂ ਬਚਦਾ ਉਸ ਟਾਈਮ ਪੀਰੀਅਡ ਦੇ ਵਿੱਚ। ਕਹਿੰਦੇ ਰਾਸ਼ਟਰਪਤੀ ਤਾਨਾਸ਼ਾਹ ਬਣ ਜਾਂਦਾ ਵਾ, ਸਾਰੀਆਂ ਸ਼ਕਤੀਆਂ ਉਹਦੇ ਕੋਲ ਰੱਖ ਦਿੱਤੀਆਂ ਜਾਂਦੀਆਂ ਨੇ। ਹਿਟਲਰ ਤੇ ਉਹਦੀ ਸਥਿਤੀ ਕਹਿੰਦੇ ਇੱਕੋ ਜਿਹੀ ਹੋ ਗਈ ਫਿਰ ਤਾਂ। ਉਸ ਤੋਂ ਬਾਅਦ ਹੈਗਾ ਸੰਕਟਕਾਲੀਨ ਸ਼ਕਤੀਆਂ ਦਾ ਰਾਸ਼ਟਰੀ ਉਦੇਸ਼ਾਂ ਦੇ ਲਈ ਪ੍ਰਯੋਗ। ਕਹਿੰਦੇ ਬਹੁਤ ਵਾਰ ਏਦਾਂ ਹੁੰਦਾ ਹੈ, ਸੈਂਟਰਲ ਦੀ ਗਵਰਨਮੈਂਟ ਆਪਣੀ ਹੈ, ਸਟੇਟ ਦੀ ਗਵਰਨਮੈਂਟ ਆਪਣੀ ਹੈ, ਦੋਨਾਂ ਦੇ ਵਿੱਚ ਆਪਸੀ ਲਾਗ ਡਾਟ ਹੈਗੀ ਆ,
ਜਿਹਦੇ ਕਰਕੇ ਉਹ ਸਟੇਟ ਦੀ ਗਵਰਨਮੈਂਟ ਨੂੰ ਖਤਮ ਕਰ ਦਿੰਦਾ ਵਾ, ਸੈਂਟਰ ਆਪਣੀਆਂ ਸਾਰੀਆਂ ਪਾਵਰ ਯੂਜ਼ ਕਰਦਾ ਵਾ। ਕਹਿੰਦੇ ਇਹ ਤਾਂ ਸਮਟਾਈਮ ਇਹ ਹੋ ਗਿਆ ਕਿ ਇਹ ਤਾਂ ਪੋਲੀਟੀਕਲ ਏਮਸ ਦੇ ਲਈ ਆਪਣੀਆਂ ਪਾਵਰ ਨੂੰ ਯੂਜ਼ ਕਰਦੇ ਆ, ਜਿਹੜਾ ਕਿ ਗਲਤ ਹੈ। ਠੀਕ ਹੈ, ਸੋ ਅਸੀਂ ਇਹ ਚੀਜ਼ ਕਵਾਂਗੇ, ਇੱਥੇ ਵੱਖਰੀਆਂ ਵੱਖਰੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਕਿ 1980 ਦੇ ਵਿੱਚ ਰਾਜਾਂ ਦੇ ਰਾਜਪਾਲ ਦੀ ਰਿਪੋਰਟ ਪ੍ਰਾਪਤ ਕੀਤੇ ਬਿਨਾਂ ਉਹਨਾਂ ਨੇ 9 ਰਾਜਾਂ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਤਾ। ਠੀਕ ਹੈ, 1977 ਦੇ ਵਿੱਚ ਵੀ ਕਹਿੰਦੇ ਕਿ ਰਿਪੋਰਟ ਤੋਂ ਪਿੱਛੋਂ ਕਹਿੰਦੇ ਕਿ 9 ਰਾਜਾਂ ਦੇ ਵਿੱਚ ਕਾਂਗਰਸ ਦੀ 9 ਰਾਜਾਂ ਦੇ ਵਿੱਚ ਕਹਿੰਦੇ ਕਾਂਗਰਸ ਦੀ ਜਿਹੜੀ ਸਰਕਾਰ ਸੀਗੀ ਕਹਿੰਦੇ ਉਹਨੂੰ ਭੰਗ ਕਰ ਦਿੱਤਾ। ਮਤਲਬ ਉੱਤੇ ਜੇ ਬੀਜੇਪੀ ਆ ਗਈ ਨਾ, ਉਹ ਸਟੇਟ ਦੀਆਂ ਗਵਰਨਮੈਂਟ ਨੂੰ ਤਹਿਸ ਨਹਿਸ ਕਰ ਸਕਦੀ ਹੈ, ਉਹ ਕੋਈ ਇੰਨੀ ਪਾਵਰ ਹੈ। ਇਸ ਦੇ ਨਾਲ ਹੀ ਸਾਡੇ ਚੈਪਟਰ ਦਾ ਜਿਹੜਾ ਕੁਐਸਚਨ ਹੈਗਾ, ਅਸੀਂ ਇੱਥੇ ਇਸ ਨੂੰ ਕੰਪਲੀਟ ਕਰਦੇ ਹਾਂ।